ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ। ਮਰਤਾ ਮਰਦਾ ਜਗ ਮੁਆ, ਮਰ ਪੇ ਨਾ ਜਾਣ ਕੋ। ऐसी मरनी जो मरे, बहुर न मरना होए। कबीर मोहे मरने का चाव है, मरो तो हर के द्वार। मत हर पूछो कौन है, परा हमारे बार। मुखड़ा नी मोड़ दे रत्ते ने सेई जड़। मुखड़ा नी मोड़ दे रत्ते ने सेई रत्ते ने सेई मोड़ दे रत्ते ने रत्ते ने सेई जड़। मुखड़ा नी मोड़ दे रत्ते ने सेई। मुखड़ा नी मोड़ दे रत्ते ने सेई जड़। मुखड़ा ना मोड़ दे रत्ते ने, मुखड़ा नी मोड़ दे रत्ते ने सही जड़े। मुखड़ा ना मोड़ दे रत्ते ने सही जड़े। रत्ते ने सही, रत्ते ने सही, रत्ते ने सही जड़े। रत्ते ने सही जड़े, रत्ते ने सही जड़े, रत्ते ने सही जड़े, रत्ते ने सही जड़े, रत्ते ने सही। रत्ते ने सही मुखड़ा नी मोड़ दे रत्ते ने सही जड़े। मुखड़ा नी मोड़ दे रत्ते ने सर्व कला भरपूर। नाम बाणी के बोहित कलयुग के जहाज। दीना बंधु भगत वत्सल कृपा निधान। धन 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 साहिब श्री गुरु ग्रंथ साहिब जी महाराज सच्चे पातशाह जी दी पावन पवित्र हजूरी दे विच लंबे समय तो उन्हां महान शहीदां दी याद दे विच धन साहिब श्री गुरु ग्रंथ साहिब जी महाराज सच्चे पातशाह जी दी हाजरी भर रहीआं सरबत संगतां वडभागे हो। ਧੰਨਤਾ ਦੇ ਯੋਗ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਜੀਵਨ ਦੇ ਅਮੋਲਕ ਸਵਾਸਾਂ ਨੂੰ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਮੇਂ ਨੂੰ ਸਫਲ ਕਰ ਰਹੇ ਹੋ। ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪੰਜਾਬ ਸਿੰਘ ਜੀ ਔਰ ਸਰਬੱਤ ਸੰਗਤ ਰਲ ਮਿਲ ਕਰਕੇ ਇਸ ਪਵਿੱਤਰ ਸਥਾਨ ਤੇ ਮਹਾਨ ਸ਼ਹੀਦਾਂ ਦੀ ਯਾਦ मनाते हैं। इस साल भी सतगुरु की कृपा हुई। ये अमृत वेले तो गुरु दियां बख्शिशां संगतां प्राप्त कर रही ने। बेअंत महापुरुषां ने हाजरियां भरियां ने। एक दू एक चढ़ांदियां कौन जाने तेरा नाम जियो। बहुत ही सत्कारत हस्तियां ने आपो अपने कमाए हुए बचना द्वारा ये
ਇਹਦਾ ਨਿਚੋੜ ਕੀ ਹੈ? ਜਦੋਂ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਅਸੀਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਪੁੱਠੀਆਂ ਖੱਲਾਂ ਲਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚੀਰੇ ਗਏ। ਇਹ ਜਦੋਂ ਸ਼ਬਦਾਂ ਦੀ ਸਾਂਝ, ਉਦੋਂ ਸਾਡਾ ਜਿਹੜਾ ਸੁਰਤ ਹੈ, ਉਹ ਸੁਰਤ ਕਿੱਥੇ ਹੈ ਸਾਡੀ? ਦੇਖੋ, ਜਿਹੜਾ ਗੁਰੂ ਨਾਨਕ ਦੇ ਘਰ ਦਾ ਮਾਰਗ ਹੈ ਨਾ, ਗੁਰਸਿੱਖੀ ਦਾ, ਇਹ ਸ਼ਬਦ ਤੇ ਸੁਰਤ ਦੀ ਸਾਂਝ ਦਾ ਮਾਰਗ ਹੈ। ਅਗਰ ਸ਼ਬਦ ਤੇ ਸੁਰਤ ਦੀ ਸਾਂਝ ਹੀ ਨਹੀਂ ਪਈ ਤੇ ਸਮਝ ਲੈਣਾ ਸਾਡਾ ਆਉਣਾ ਸਫਲ ਨਹੀਂ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਆਨੰਦ ਤਾਂ ਇਸ ਗੱਲ ਦਾ ਬਣ ਜਾਵੇ, ਜਦੋਂ ਅਰਦਾਸ ਦੇ ਵਿੱਚ ਵੀ ਖੜਾ ਗੁਰੂ ਦਾ ਪਿਆਰਾ ਅਰਦਾਸ ਕਰੇ ਤੇ ਸ਼ਬਦ ਕੰਨਾਂ ਦੇ ਵਿੱਚ ਪੈਣ, ਵੀ ਉਹ ਜਿਹੜੇ ਸਿੰਘ ਸਿੰਘਣੀਆਂ, ਉਹ ਜਿਹੜੀਆਂ ਬੀਬੀਆਂ, ਉਹਨਾਂ ਮਾਈਆਂ ਭੈਣਾਂ ਜਿਨ੍ਹਾਂ ਨੇ ਟੋਟੇ ਕਰਵਾ ਕੇ ਬੱਚਿਆਂ ਦੇ ਝੋਲੀ 'ਚ ਪਵਾਏ, ਕਦੋਂ ਇਹ ਸ਼ਬਦ ਬੋਲੇ ਜਾਣ ਤਾਂ ਅੱਖਾਂ ਦੇ ਸਾਹਮਣੇ ਉਹ ਮਾਵਾਂ ਦਾ ਸੀਨ ਆ ਜਾਵੇ। ਗਲਾਂ ਦੇ ਵਿੱਚ ਹਾਰ ਪਵਾਏ, ਉਹ ਕਿਤੇ ਸੁਰਤੀ ਦੁਆਰਾ ਅੱਖਾਂ ਸਾਹਮਣੇ ਆ ਕੇ ਖੜ ਜਾਣ ਤਾਂ ਸਮਝ ਲੈਣਾ ਪਿਆਰਿਆ, ਤੇਰੇ ਤੇ ਗੁਰੂ ਦੀਆਂ ਬੜੀਆਂ ਬਖਸ਼ਿਸ਼ਾਂ ਹੋ ਰਹੀਆਂ ਨੇ। ਪਰ ਹਾਲਾਤ ਕੁਝ ਹੋਰ ਨੇ। ਹਾਲਾਤ ਇਸ ਤਰ੍ਹਾਂ ਦੇ ਬਣੇ ਪਏ ਨੇ ਕਿ ਬੰਦਾ ਸਤਸੰਗ ਦੇ ਵਿੱਚ ਵੀ ਬਹਿੰਦਾ ਹੈ, ਆਉਣਾ ਵੀ ਚਾਹੁੰਦਾ, ਆ ਕੇ ਟਿਕਣਾ ਵੀ ਚਾਹੁੰਦਾ ਹੈ, ਲੇਕਿਨ ਸੰਸਾਰ ਦੇ ਝਮੇਲਿਆਂ ਦੇ ਵਿੱਚ ਇਤਨਾ ਫਸ ਚੁੱਕਿਆ, ਸਰੀਰ ਕਰਕੇ ਗੁਰਦੁਆਰੇ ਬੈਠਾ ਰਹਿੰਦਾ, ਸੁਰਤ ਫਿਰ ਵੀ ਬਾਹਰ ਫਿਰਦੀ ਰਹਿੰਦੀ ਹੈ। ਸਾਡਾ ਹਾਲ ਤਕਰੀਬਨ ਇਹ ਹੋਇਆ, ਜਿਵੇਂ ਮਹਾਂਪੁਰਸ਼ ਸਾਖੀ ਸੁਣਾਉਂਦੇ ਹੁੰਦੇ ਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਕਾਜੀ ਕਹਿੰਦਾ ਨਮਾਜ਼ ਪੜ੍ਹੀਏ ਆਪਾਂ, ਤੇ ਮਹਾਰਾਜ ਕਹਿੰਦੇ ਨਮਾਜ਼ ਪੜ੍ਹਨ ਦੇ ਵਿੱਚ ਵੀ ਮੈਨੂੰ ਕੋਈ ਫਰਕ ਨਹੀਂ ਹੈ, ਮੈਂ ਨਮਾਜ਼ ਵੀ ਪੜ੍ਹ ਸਕਦਾ। ਪਰ ਜਦੋਂ ਨਮਾਜ਼ ਪੜ੍ਹਨ ਗਏ ਤੇ ਉਦੋਂ ਗੁਰੂ ਸਾਹਿਬ ਜੀ ਨੇ ਇੱਕ ਬਚਨ ਬੋਲਿਆ ਸੀ। ਜਦੋਂ ਮਹਾਰਾਜ ਜੀ ਨਮਾਜ਼ ਪੜ੍ਹਨ ਗਏ ਤੇ ਉਹ ਕਾਜੀ ਨਮਾਜ਼ ਪੜ੍ਹਦਾ, ਜਦੋਂ ਨਮਾਜ਼ ਪੜ੍ਹਦੇ ਨੇ ਉਹ ਉਹਨਾਂ ਦਾ ਜਿਹੜਾ ਦੋਨੇ ਗੋਡਿਆਂ ਤੇ ਭਾਰ ਹੋ ਕਰਕੇ ਫਿਰ ਉਹ ਝੁਕਦੇ ਨੇ ਤੇ ਸਤਿਗੁਰੂ ਜੀ ਖੜੇ ਨੇ। ਕਾਜੀ ਕਹਿੰਦਾ ਆਏ ਤੇ ਨਮਾਜ਼ ਪੜ੍ਹਨੋ, ਪਰ ਤੁਸੀਂ ਪੜ੍ਹਦੇ ਕਿਉਂ ਨਹੀਂ? ਮਹਾਰਾਜ ਕਹਿੰਦੇ ਪੜ੍ਹਾਂ ਕਿਹਦੇ ਨਾਲ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਲ ਤਾਂ ਇੱਥੇ ਹੀ ਹੈ ਨਾ, ਕਿਹਦੇ ਨਾਲ ਪੜ੍ਹਾਂ? ਕਹਿੰਦੇ ਸਾਡੇ ਨਾਲ ਪੜ੍ਹੋ। ਮਹਾਰਾਜ ਕਹਿੰਦੇ ਤੁਹਾਡੇ ਨਾਲ ਕਿਵੇਂ ਪੜ੍ਹਾਂ, ਤੁਸੀਂ ਤਾਂ ਹੈ ਹੀ ਨਹੀਂ ਇੱਥੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦਾ ਜਿਹੜਾ ਮੇਨ ਆਈਡੀਆ, ਸੈਂਟਰਲ ਆਈਡੀਆ, ਇੱਕ ਪੋਇਮ ਹੁੰਦੀ ਹੈ ਨਾ, ਪੋਇਟਰੀ ਹੁੰਦੀ ਹੈ ਜਾਂ ਸਟੋਰੀ ਹੁੰਦੀ ਹੈ, ਉਹ ਸਾਰੀ ਸਟੋਰੀ ਪੜ੍ਹ ਕੇ ਉਹਦਾ ਇੱਕ ਆਈਡੀਆ ਨਿਕਲਦਾ, ਉਹਦਾ ਇੱਕ ਕਨਕਲੂਜਨ ਨਿਕਲਦਾ, ਜਿਹਨੂੰ ਸਿੱਟਾ ਕਹਿ ਦਿੰਦੇ ਆਪਾਂ। ਸਿੱਟਾ ਇਹ ਹੈ ਵੀ ਜੇ ਪਿਆਰਿਆ ਤੂੰ ਇੱਥੇ ਰੁਕੇ ਹੀ ਨਹੀਂ ਹੈ, ਤੇਰਾ ਧਿਆਨ ਹੀ ਨਹੀਂ ਹੈ ਇੱਥੇ, ਫਿਰ ਤੇਰੀਆਂ ਨਮਾਜ਼ਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ। ਜਿਨ੍ਹਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਜੁੜ ਬੈਠੇ ਆ, ਮੇਰੇ ਤੋਂ ਪਹਿਲੇ ਮਹਾਂਪੁਰਸ਼ ਬਾਬਾ ਰਣਜੋਤ ਸਿੰਘ ਜੀਆਂ ਨੇ ਥੋੜੇ ਸਮੇਂ ਦੇ ਵਿੱਚ 2 ਵਚਨ ਕੀਤੇ। ਉਹਨਾਂ ਨੇ ਕਿਹਾ ਬਾਣੀ ਦੇ ਨਾਲ ਪਿਆਰ ਕਰੋ। ਬਾਬਾ ਜੀ ਛਪਾਰ ਵਾਲੇ ਮਹਾਂਪੁਰਸ਼ਾਂ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਆਖਰ ਤੇ ਉਹੀ ਸ਼ਬਦ ਹੈ ਬਾਣੀ ਦੇ ਨਾਲ ਪਿਆਰ ਕਰੋ। ਮੈਂ ਸਾਰੀ ਕਥਾ ਕਹਾਣੀ ਆਪਣੇ ਟੁੱਟੇ ਫੁੱਟੇ ਸ਼ਬਦਾਂ ਦੇ ਨਾਲ ਸਾਂਝ ਪਾ ਲੈਣੀ ਹੈ। ਆਖਰ ਤੇ ਮੈਂ ਵੀ ਇੱਕ ਸ਼ਲੋਕ ਪੜ੍ਹਨਾ, ਜਿੰਨੀ ਨਾਮ ਧਿਆਇਆ। ਸਮਾਪਤੀ ਉੱਥੇ ਹੀ ਹੋਣੀ ਹੈ। ਜਿਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਅਸੀਂ ਬੈਠੇ ਹਾਂ, ਹਰ ਸਾਲ ਆਪਾਂ ਹਾਜ਼ਰੀ ਲਵਾਉਂਦੇ ਹਾਂ। ਇਹ ਸ਼ਬਦ ਮੈਂ ਮੋਟੇ-ਮੋਟੇ ਮਹਾਂਪੁਰਸ਼ਾਂ ਤੋਂ ਹੀ ਸੁਣੇ ਹੋਏ ਨੇ ਬਈ 4 ਕਿਸਮ ਦੇ ਜਗਿਆਸੂ ਆ ਮੰਨੇ ਜਾਂਦੇ ਨੇ, ਊਂਗੇ, ਸੂੰਗੇ, ਚੂੰਗੇ, ਡੂੰਗੇ। ਊਂਗੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਕਈ ਕਹਿੰਦੇ ਨੇ ਸਾਨੂੰ ਨੀਂਦ ਨਹੀਂ ਆਉਂਦੀ। ਬਹੁਤ ਬਿਮਾਰੀ ਹੈ ਲੋਕਾਂ ਨੂੰ, ਡਿਪਰੈਸ਼ਨ ਦੇ ਵਿੱਚ ਨੀਂਦ ਨਹੀਂ ਆਉਂਦੀ ਕਈਆਂ ਨੂੰ। ਸਭ ਤੋਂ ਵਧੀਆ ਦਵਾਈ ਆ ਨੀਂਦ ਦੀ ਗੋਲੀ ਲੈਣ ਦੀ ਲੋੜ ਨਹੀਂ, ਸਿਮਰਨ ਕਰਨ ਲੱਗ ਜਾਓ, ਨੀਂਦ ਆ ਜਾਊਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਗੋਲੀਆਂ ਖਾਈ ਜਾਂਦੇ ਹੋ।
ਉਂਗੇ ਉਹ ਆਉਂਦੇ ਨੇ ਵਿਚਾਰੇ, ਲੇਕਿਨ ਨੀਂਦ ਦਾ ਪ੍ਰਭਾਵ ਇੰਨਾ ਪੈ ਜਾਂਦਾ ਤੇ ਉਹ ਪਰੇਸ਼ਾਨ ਹੋ ਜਾਂਦੇ ਨੇ, ਉਂਗਣੀ ਲੱਗ ਜਾਂਦੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਬੋਲਿਆ ਕੀ ਜਾਂਦਾ। ਦੂਸਰੇ ਹੁੰਦੇ ਨੇ ਸੂੰਘੇ। ਸੂੰਘਣ ਵਾਲੇ ਦੀ ਬਿਰਤੀ ਇੱਥੇ ਤੱਕ ਆਉਂਦੀ ਆ ਜਾਂਦੇ ਨੇ, ਲੇਕਿਨ ਉਹ ਸਿਰਫ ਉਹ ਘਰ ਤੋਂ ਤਿਆਰੀ ਕਰਕੇ ਆਉਂਦੇ ਨੇ, ਆਪਾਂ ਦੇਖਣਾ ਹੀ ਹੈ ਕਿਹੜਾ ਬਾਬਾ ਸੱਜੇ ਹੱਥ ਨਾਲ ਖਾਜ ਕਰਦਾ, ਕਿਹੜਾ ਖੱਬੇ ਨਾਲ ਕਰਦਾ। ਆਖੋ ਸਤਨਾਮ। ਤੇ ਬਾਬਾ ਪੰਜਾਬ ਸਿੰਘ ਜੀ ਕਿੱਧਰ ਨੂੰ ਜਾਂਦੇ ਨੇ ਤੇ ਬਾਬਾ ਪੰਜਾਬ ਸਿੰਘ ਜੀ ਦੇ ਕੋਲੇ ਕੌਣ ਬੈਠਦਾ, ਉਹ ਸਾਰਾ ਸੁੰਘ ਕੇ ਚਲੇ ਜਾਣਾ, ਬਾਅਦ ਦੇ ਵਿੱਚ ਜਾ ਕੇ ਮੀਟਿੰਗ ਕਰ ਲੈਣੀ। ਆਖੋ ਸਤਨਾਮ। ਉਹਨਾਂ ਨੂੰ ਸ਼ਹੀਦਾਂ ਤੱਕ ਮਤਲਬ ਨਹੀਂ, ਉਹਨਾਂ ਨੂੰ ਸ਼ਬਦ ਤੱਕ ਮਤਲਬ ਨਹੀਂ, ਉਹ ਸੁੰਘਣ ਆਉਂਦੇ ਨੇ ਸਿਰਫ। ਤੀਸਰੇ ਹੁੰਦੇ ਨੇ ਚੂੰਘੇ। ਚੂੰਘੇ ਦਾ ਭਾਵ ਇਹ ਲਾ ਲਓ ਜਿਵੇਂ ਬੱਚਾ ਮਾਂ ਦੇ ਦੁੱਧ ਦਾ ਆਨੰਦ ਮਾਣਦਾ ਹੈ। ਜਦੋਂ ਸਾਨੂੰ ਮਾਂ ਨੇ ਜਨਮ ਦਿੱਤਾ ਹੈ, ਅਸੀਂ ਸਭ ਤੋਂ ਪਹਿਲਾ ਆਨੰਦ ਆਪਣੀ ਮਾਂ ਦੇ ਦੁੱਧ ਦਾ ਲਿਆ। ਜਿਸ ਤਰ੍ਹਾਂ ਉਸ ਆਨੰਦ ਨੂੰ ਕੌਣ ਜਾਣਦਾ? ਸਿਰਫ ਉਹ ਬੱਚਾ ਜਾਣਦਾ ਨਾ। ਉਸ ਬੱਚੇ ਨੂੰ ਹੀ ਆਨੰਦ ਦਾ ਪਤਾ ਹੈ ਵੀ ਮਾਂ ਦੇ ਦੁੱਧ ਦਾ ਆਨੰਦ ਕਿੰਨਾ ਆਇਆ ਹੈ। ਤੇ ਉਹ ਜਗਿਆਸੂ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜੇ ਹੋਏ ਨੇ, ਇੱਥੇ ਬੈਠੇ ਨੇ ਸੰਗਤ ਦੇ ਵਿੱਚ, ਉਹਨਾਂ ਨੂੰ ਜੇ ਪੁੱਛੋ ਵੀ ਆਨੰਦ ਨੂੰ ਅੱਜ ਤੱਕ ਕੋਈ ਐਕਸਪਲੇਨ ਨਹੀਂ ਕਰ ਸਕਿਆ। ਭਗਤ ਕਬੀਰ ਮਹਾਰਾਜ ਜੀ ਨੂੰ, ਕਬੀਰ ਸਾਹਿਬ ਨੂੰ ਸੰਗਤ ਨੇ ਪੁੱਛਿਆ ਵੀ ਜਿਸ ਆਨੰਦ ਦੀ ਤੁਸੀਂ ਗੱਲ ਕਰਦੇ ਹੋ ਉਹ ਆਨੰਦ ਕਿਹੋ ਜਿਹਾ ਹੁੰਦਾ ਹੈ? ਕਬੀਰ ਸਾਹਿਬ ਕਹਿੰਦੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਉਹ ਕਹਿੰਦੇ ਦੱਸਣ ਵਾਲੀ ਗੱਲ ਹੈ ਕੋਈ? ਇਹ ਆਨੰਦ ਤਾਂ ਉਹਨਾਂ ਨੂੰ ਜਿਹਨੇ ਮਾਂ ਦਾ ਦੁੱਧ ਚੁੰਘਿਆ ਹੀ ਨਹੀਂ, ਉਹਨੂੰ ਆਨੰਦ ਦਾ ਕੀ ਪਤਾ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸੰਸਾਰਿਕ ਤੌਰ ਤੇ ਆਪਾਂ ਘਰ ਦੇ ਵਿੱਚ ਭੋਜਨ ਬਣਾਉਂਦੇ ਆ, ਆਪਾਂ ਘਰਾਂ 'ਚ ਰਹਿੰਦੇ ਆ, ਸਭ ਫੈਮਲੀਆਂ ਵਾਲੇ ਆ, ਘਰ ਦੇ ਵਿੱਚ ਆਪਾਂ ਰੋਜ਼ ਪ੍ਰਸ਼ਾਦਾ ਛਕਦੇ ਆ, ਉਮਰਾਂ ਬੀਤ ਗਈਆਂ ਪ੍ਰਸ਼ਾਦੇ ਛਕਦਿਆਂ ਦੀਆਂ, ਹਰ ਰੋਜ਼ ਪ੍ਰਸ਼ਾਦਾ ਛਕਦੇ ਆ। ਲੇਕਿਨ ਕਦੇ ਕਦੇ ਪ੍ਰਸ਼ਾਦਾ ਛਕ ਕੇ ਨਾ ਘਰ ਵਾਲਿਆਂ ਨੂੰ ਕਹਿੰਦੇ ਆ ਵੀ ਅੱਜ ਤਾਂ ਆਨੰਦ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਆ ਨਾ ਕਦੇ, ਹਰ ਰੋਜ਼ ਨਹੀਂ ਕਹਿੰਦੇ। ਹੁਣ ਉਹ ਜਿਹੜਾ ਪ੍ਰਸ਼ਾਦਾ ਛਕਿਆ, ਉਹਦੀ ਸਿਚੁਏਸ਼ਨ ਕਿੱਦਾਂ ਦੀ ਸੀ, ਬਣਾਉਣ ਵਾਲੇ ਦੀ ਸਿਚੁਏਸ਼ਨ ਕਿੱਦਾਂ ਦੀ ਸੀ, ਛਕਾਉਣ ਵਾਲੇ ਦੀ ਕਿੱਦਾਂ ਦੀ, ਛਕਣ ਵਾਲੇ ਦੀ ਕਿੱਦਾਂ ਦੀ ਸੀ, ਤੇ ਵੇਸ ਉਹ ਆਨੰਦ ਨੂੰ ਉਹੀ ਜਾਣਦੇ ਨੇ। ਹੁਣ ਮੇਰੇ ਵਰਗਾ ਬੈਠਾ ਬਾਹਰ ਹੀ ਦੇਖੀ ਜਾਵੇ ਥਾਲੀਆਂ 'ਚ ਕੀ ਪਿਆ, ਛਕਿਆ ਹੈ ਨਹੀਂ। ਆਖੋ ਸਤਨਾਮ। ਤਾਂ ਹੋ ਜਾਂਦੀ ਹੈ ਜਦੋਂ ਨਾਮ ਦਾ ਰਸ ਆ ਜਾਵੇ, ਪਰ ਔਖਾ ਬਹੁਤ ਹੈ। ਆਖਣੇ ਔਖਾ, ਸੱਚਾ ਨਾ। ਹੁਣ ਚੌਥੇ ਨੰਬਰ ਤੇ ਹੁੰਦੇ ਨੇ ਡੂੰਘੇ। ਡੂੰਘੇ ਉਹ ਹੁੰਦੇ ਨੇ, ਪਿਛਲੇ ਸਾਲ ਵੀ ਆਪਾਂ ਆਏ ਸੀ ਇੱਥੇ, ਮਹਾਂਪੁਰਸ਼ਾਂ ਦੇ ਚਰਨਾਂ ਤੇ ਵੀ ਬੈਠੇ ਸੀ, ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਵੀ ਲਈਆਂ ਸੀ। ਪਿਛਲੇ ਸਾਲ ਹੋ ਕੇ ਚਲੇ ਗਏ, ਇੱਕ ਸਾਲ ਯਾਨੀ 365 ਦਿਨ ਬੀਤ ਗਏ। ਇਹ ਇੱਕ ਸਾਲ ਦੇ ਵਿੱਚ ਸਾਡੇ 'ਚ ਕੋਈ ਫਰਕ ਪਿਆ? ਪਿੱਛੇ ਨੂੰ ਆਇਆ ਕਿ ਅੱਗੇ ਨੂੰ ਗਏ ਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਚਾਰ ਕਰਨੀ ਹੈ। ਨਿਤਨੇਮ ਗੁਰੂ ਦੀਆਂ ਬਖਸ਼ਿਸ਼ਾਂ ਵਧੀਆਂ ਨੇ, ਨਿਤਨੇਮ ਵਧਾਇਆ, ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਨਾ, ਕਿਰਪਾ ਕਰਨੀ ਹੈ, ਆਪਣੇ ਕੋਲੋਂ ਨਹੀਂ ਵਧਣਾ। ਆਖੋ ਸਤਨਾਮ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜ ਕੇ ਕਹਿਣਾ ਪਊਗਾ, ਕਿਰਪਾ ਕਰੋ ਦੀਨ ਕੇ ਦਾਤੇ। ਇਉਂ ਆਈ ਨਹੀਂ, ਫਾਰਮੈਲਿਟੀ ਨਹੀਂ ਕਰਨੀ ਪੈਣੀ, ਫਾਰਮੈਲਿਟੀ ਨਾਲ ਕੋਈ ਗੱਲ ਨਹੀਂ ਬਣਨੀ। ਧਿਆਨ ਦੇਣਾ ਜਰਾ, ਇਹਨੂੰ ਰਿਐਲਿਟੀ ਦੇ ਵਿੱਚ ਲੈਣਾ ਪੈਣਾ। ਆਪੋ ਆਪਣੀ ਭਾਵਨਾ ਦੇ ਮੁਤਾਬਕ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨਾ। ਮੈਂ ਕੀ ਜਾਣਿਆ, ਤੁਸੀਂ ਕੀ ਜਾਣਿਆ, ਹਰ ਇੱਕ ਦਾ ਆਪਣਾ ਆਪਣਾ ਜ਼ਮੀਰ ਹੈ। ਮੈਂ ਕਿਸੇ ਨੂੰ ਕਾਊਂਟ ਨਹੀਂ ਕਰ ਸਕਦਾ ਵੀ ਕੋਈ ਕਿੰਨਾ ਕੁ ਪਿਆਰ ਕਰਦਾ। ਬਾਹਰਲੇ ਬਾਣੇ ਤੋਂ ਕਿਸੇ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਹ ਸਾਰੀ ਇੰਟਰਨਲ ਮੈਟਰ ਹੈ, ਗੁਰੂ ਨਾਲ ਪਿਆਰ ਕਰਨਾ। ਮਹਾਂਪੁਰਸ਼ਕ ਬਚਨ ਕਰਦੇ, ਮੈਨੂੰ ਥੋੜੇ ਦਿਨੋਂ ਇੱਕ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ ਸੀ, ਬੜੀ ਲੰਬੀ ਵਿਚਾਰ ਚੱਲੀ। ਉਹ ਕਹਿਣ ਲੱਗੇ, ਅਰਦਾਸਾਂ ਅਸੀਂ ਜਿਹੜੀ ਅਰਦਾਸ ਕਰਨੀ ਹੈ, ਇੱਕ ਸਾਡੀ ਪੰਥ ਪ੍ਰਵਾਨਿਤ ਅਰਦਾਸ ਹੈ। ਅਸੀਂ ਉਹ ਸ਼ਬਦਾਂ ਵਿੱਚ ਕੁਝ ਆਪਣੇ ਸ਼ਬਦ ਵੀ ਗੁਰੂ ਨਾਲ ਪਿਆਰ ਦੇ ਵਿੱਚ ਬੋਲਦੇ ਹਾਂ। ਕਹਿੰਦੇ ਕਿਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਨਮੁਖ ਹੋ ਕੇ, ਕਿਤੇ ਇਕੱਲਾ ਖੜ ਕੇ, ਕਿਤੇ ਇਹਨਾਂ ਹਿਰਦੇ 'ਚੋਂ ਵੇਗ, ਅੱਖਾਂ 'ਚੋਂ ਅਥਰੂ ਆਏ, ਕਿਤੇ ਜਿਵੇਂ ਸੰਸਾਰ ਦੀ ਮਾਂ ਤੇ ਪਿਓ ਨੂੰ ਪਿਆਰ ਕੀਤਾ, ਕਿਤੇ ਉਹ ਪਿਆਰਿਆ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਿਤੇ ਮਾਂ ਤੇ ਪਿਓ ਮੰਨਿਆ। ਆਖੋ ਸਤਨਾਮ। ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜ ਕੇ ਵੀ ਕਿਹਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਹੁਣ ਦੇਖ ਲਓ ਵੀ ਪਿਤਾ ਤੇ ਮਾਂ ਦਾ ਪਿਆਰ ਕਿੰਨਾ ਹੁੰਦਾ ਹੈ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਤਾ ਵੀ ਨੇ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਮਾਤਾ ਵੀ ਨੇ। ਜੇ ਪਿਆਰਿਆ ਤੂੰ ਗੁਰੂ ਨੂੰ ਭਰਾ ਮੰਨਣਾ ਤੇ ਭਰਾ ਵੀ ਮੰਨ ਲੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਇਉਂ ਹੈ ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਓ। ਆ ਜਿੰਨਾ ਮਹਾਨ ਇਹਦੇ ਵਿੱਚ ਅਸੀਂ ਵਿਚਾਰ ਕਰਨੀ ਹੈ ਵੀ ਅਸੀਂ ਕਿੱਥੇ ਚੱਲ ਰਹੇ ਹਾਂ ਅਧਿਆਤਮਿਕ ਤੌਰ ਤੇ। ਕਿਉਂ? ਕਿਉਂਕਿ ਜਿਨ੍ਹਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਹਾਂ, ਜਥੇਦਾਰ ਬਾਬਾ ਰਣ ਸਿੰਘ ਜੀ, ਜਦੋਂ ਅਸੀਂ ਉਹਨਾਂ ਦੀ ਤਸਵੀਰ ਵੱਲ ਦੇਖਦੇ ਹਾਂ ਨਾ, ਤਸਵੀਰ ਵੱਲ ਯਾਦ ਆਉਂਦੀ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ। ਭਾਈ ਤਾਰੂ ਸਿੰਘ ਜੀ ਦਾ ਵੀ ਖੋਪੜ ਲਾਇਆ ਗਿਆ, ਲੇਕਿਨ ਸ਼ਹੀਦ ਕਰਨ ਦਾ ਜਿਹੜਾ ਮੈਥਡ ਸੀ ਉਹ ਡਿਫਰੈਂਟ ਸੀ। ਉਹਨਾਂ ਦਾ ਖੋਪੜਾ ਲਾਇਆ ਗਿਆ ਜ਼ਕਰੀਆ ਖਾਨ ਵੱਲੋਂ, ਜਲਾਦ ਬੁਲਾਏ ਗਏ। ਇਤਿਹਾਸ ਬਾਰੇ ਸਭ ਜਾਣਦੇ ਹੋ ਤੁਸੀਂ। ਤੇ ਜਥੇਦਾਰ ਜੀ ਬਾਬਾ ਰਣ ਸਿੰਘ ਜੀ ਦਾ ਇਤਿਹਾਸ ਤੇ ਬਾਬਾ ਪੰਜਾਬ ਸਿੰਘ ਜੀ ਮਹਾਂਪੁਰਸ਼ਾਂ ਕੋਲੋਂ ਤੁਸੀਂ ਸਰਵਣ ਕੀਤਾ। ਛਪਾਰ ਵਾਲੇ ਮਹਾਂਪੁਰਸ਼ਾਂ ਨੇ ਵੀ ਹਿੰਟ ਦਿੱਤੇ ਉਹਦੇ ਵਿੱਚੋਂ ਕਿ ਕਿਵੇਂ ਨਾਭੇ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਲਾਲਚ ਦਿੱਤਾ ਗਿਆ। ਸਾਧ ਸੰਗਤ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹ ਨਹੀਂ ਵਿਕਦੇ। ਇੱਥੇ ਉਹ ਲੋਕ ਜਿਹੜੇ ਗੁਰੂ ਦਾ ਨਕਲੀ ਪਿਆਰ ਪਾ ਕੇ ਉਹ ਟਕੇ ਤੇ ਮੈਂ ਵਿਕਦੇ ਦੇਖੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਜਿਨ੍ਹਾਂ ਪ੍ਰੀਤਾਂ ਲਾਈਆਂ ਅੰਦਰੋਂ ਉਹ ਨਹੀਂ ਵਿਕਦੇ ਹੈ। ਉਹ ਇਸ ਕਿਉਂਕਿ ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ ਹੈ, ਗੁਰੂ ਦਾ ਸ਼ਬਦ ਹੈ। ਬਾਬਾ ਜੀ ਰਾੜਾ ਸਾਹਿਬ ਵਾਲੇ ਇੱਕ ਬਚਨ ਜਦੋਂ ਆਪਾਂ ਉਹਨਾਂ ਦੇ ਸੁਣਦੇ ਆ, ਉਹ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੇ। 3.5 ਕਰੋੜ ਰੋਮ ਹੈ ਸਰੀਰ ਦਾ। ਤੇ ਜਿਹੜੇ ਗੁਰਮੁਖ ਦੇ ਐਸੇ ਬਾਬਾ ਰਣ ਸਿੰਘ ਜੀ ਕੋਲ ਜਿਹੜੇ ਬੈਠੇ ਹੋਣਗੇ, ਜਿਹੜੇ ਗੁਰਮੁਖ ਪਿਆਰੇ ਉਹਨਾਂ ਦੇ ਆਸ-ਪਾਸ ਬੈਠੇ ਹੋਣ, ਅਨੁਭਵ ਕੀਤਾ ਹੋਵੇਗਾ। ਮਾਫ ਕਰਨਾ, ਮੈਂ ਦਾਅਵਾ ਤਾਂ ਨਹੀਂ ਕਰਦਾ, ਕਿ ਮਹਿਸੂਸ ਕਰਦਾ, ਕਿ ਭਾਵਨਾ ਨਾਲ ਵਚਨ ਕਰਦਾ ਕਿ ਉਹਨਾਂ ਦੇ ਰੋਮ ਦੇ ਵਿੱਚੋਂ ਵਾਹਿਗੁਰੂ ਦਾ ਆਵਾਜ਼ ਆਉਂਦਾ ਹੋਵੇਗਾ। ਆਖੋ ਸਤਨਾਮ। ਜਿਨ੍ਹਾਂ ਦੀ ਬਾਬਤ ਮਹਾਰਾਜ ਰਾੜਾ ਸਾਹਿਬ ਵਾਲੇ ਧਾਰਨਾ ਪੜਿਆ ਕਰਦੇ ਨੇ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰਾ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਰੋਮ ਰੋਮ ਹਰ ਧਿਆਵੇ ਗੁਰਮੁਖ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। 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 ਹਾਂਜੀ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਰੋਮ ਰੋਮ ਹਰ ਧਿਆਵੇ। ਮੇਰੇ ਵਰਗੇ ਕਲਯੁਗੀ ਜੀਵ ਦੀ ਤਾਂ ਜੀਭਾ ਨਾਮ ਜਪਣ ਵਾਸਤੇ ਤਿਆਰ ਨਹੀਂ ਹੈ। ਜਿਨ੍ਹਾਂ ਦੇ ਰੋਮ ਦੇ ਵਿੱਚ ਉਸ ਵਾਹਿਗੁਰੂ ਦੇ ਸ਼ਬਦ ਦੀ ਆਵਾਜ਼ ਆਉਂਦੀ ਹੈ, ਉਸ ਦੇਹੀ ਤੋਂ ਪਰੇ ਹੋ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੇ ਸੰਤ ਜੀ ਮਹਾਰਾਜ ਦਾ ਬਚਨ ਜਦੋਂ ਆਪਾਂ ਪੜ੍ਹਦੇ ਹਾਂ, ਉਹ ਕਹਿੰਦੇ ਇਸ ਦੇਹੀ ਨੂੰ ਨਾ, ਜਿੱਥੇ ਐਡਾ ਵੱਡਾ ਸਿਮਰਨ ਹੋਵੇ, ਉਹ ਇਸ ਦੇਹੀ ਨੂੰ 3.5 ਮਣ ਦਾ ਭਾਰ ਸਮਝਣ ਲੱਗ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹਨਾਂ ਨੂੰ ਫਿਰ ਲਾਲਚ ਦਿੱਤੇ ਗਏ। ਉੱਥੇ ਲਾਲਚ ਨਹੀਂ, ਸਾਧ ਸੰਗਤ ਜੀ ਕੰਮ ਕਰਦੇ ਹੁੰਦੇ, ਕਿਉਂਕਿ ਉਹਨਾਂ ਦੇ ਅੰਦਰ ਪ੍ਰੀਤ ਹੁੰਦੀ ਹੈ। ਗੁਰੂ ਦੀ ਪ੍ਰੀਤ ਵੀ ਕੈਸੀ ਹੁੰਦੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਆਪਾਂ ਸਾਰੇ ਸੁਣਦੇ ਹਾਂ। 9ਵੇਂ ਪਾਤਸ਼ਾਹ ਜੀ ਇੱਕ ਆਰੰਭਤਾ ਦੇ ਵਿੱਚ, ਕਿਉਂ ਆਪਣੇ ਕੋਲੇ ਸਾਰਾ ਪਾਠ ਸੁਣਨ ਦਾ ਤਾਂ ਟਾਈਮ ਹੀ ਨਹੀਂ ਹੁੰਦਾ, ਆਵਾਜ਼ਾਂ ਮਾਰਨੀਆਂ ਪੈਂਦੀਆਂ ਨੇ, ਆਜੋ ਹੁਣ ਤਾਂ ਭੋਗ ਪੈਣ ਲੱਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤਾਂ ਆਜੋ, ਹੁਣ ਤਾਂ ਭੋਗ ਪੈਣ ਲੱਗੇ ਆ। ਪਰ ਭੋਗ ਦੇ ਸਮੇਂ ਵੀ ਜੇ ਕੰਨਾਂ 'ਚ ਆਵਾਜ਼ ਪੈ ਜਾਵੇ, ਫਿਰ ਮੇਰੇ ਪਾਤਸ਼ਾਹ ਪਹਿਲਾਂ ਹੀ ਕਹਿ ਦਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਭਜ ਹਰ ਮਨਾ, ਜਿਹ ਬਿਦ ਜਲ ਕੋ ਮੀਨ। ਹਾਂ, ਸਤਿਗੁਰੂ ਮਹਾਰਾਜ ਜੀ ਕਹਿੰਦੇ ਐਦਾਂ ਪਿਆਰ ਕਰੀ ਜਿਵੇਂ ਮੱਛੀ ਪਾਣੀ ਦੇ ਨਾਲ ਕਰਦੀ ਹੈ। ਮੱਛੀ ਪਾਣੀ ਦੇ ਨਾਲ ਪਿਆਰ ਕਰਦੀ ਹੈ। ਕਿਵੇਂ ਕਰਦੀ ਹੈ? ਮੀਨ ਪਕੜ ਫਾਂਕਿਓ ਹਰ ਕਾਂਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਹੁਣ ਦੇਖ ਲਓ, ਮੱਛੀ ਫੜੀ ਗਈ,
ਮੱਛੀ ਫੜੀ ਗਈ, ਮੀਨ ਪਕੜ, ਫਾਂਕੇ ਉਹ ਸਾਫ਼ ਕਰਤੀ, ਕਾਂਟੇ ਉਹ ਕੱਟ ਦਿੱਤੀ। ਮੀਨ ਪਕੜ ਫਾਂਕੇ ਔਰ ਕਾਟੇ ਉਹ ਰਾਂਦ ਕੀਓ, ਰਿੰਨ ਦਿੱਤੀ ਗਈ। ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ। ਖਾਣ ਵਾਲਿਆਂ ਨੇ ਦੰਦਾਂ ਦੇ ਥੱਲੇ ਚਿੱਤ ਚਿੱਤ ਕੇ ਉਹਦਾ ਮਾਸ ਖਾ ਲਿਆ। ਖੰਡ ਖੰਡ ਕਰ ਭੋਜਨ ਕੀਨੋ, ਤੇ ਜਿਹਨੇ ਖਾਧਾ ਨਾ ਫਿਰ ਮਾਸ, ਉਹ ਅੱਧੇ ਕੁ ਘੰਟੇ ਬਾਅਦ ਕਹਿੰਦਾ ਪਾਣੀ ਪਿਲਾ ਦਿਓ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹ ਕੌਣ ਮੰਗਦਾ ਪਾਣੀ? ਮੱਛੀ ਮੰਗਦੀ ਹੈ। ਇਤਨੀ ਮਤਲਬ ਕਿ ਉਹਦੇ ਸਰੀਰ ਤੇ ਇਤਨਾ ਕੁਛ ਹੋਇਆ, ਫਿਰ ਵੀ ਮੱਛੀ ਦਾ ਪਿਆਰ ਪਾਣੀ ਦੇ ਨਾਲੋਂ ਆਹਾ ਆ ਕਹਿਣ ਦੀਆਂ ਗੱਲਾਂ ਨੇ ਭਾਈ। ਆ ਮੇਰੇ ਵਰਗਾ ਤਾਂ ਬੋਲੀ ਜਾਂਦਾ, ਜੇ ਮੇਰੇ ਤਾਂ ਮਾੜੀ ਜੀ ਸੂਈ ਲੱਗ ਜੇ ਮੈਂ ਤਾਂ ਸਾਰਾ ਪਿੰਡ ਇਕੱਠਾ ਕਰ ਲੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਿਐਲਿਟੀ ਹੈ। ਆਪਾਂ ਤਾਂ ਮਾੜਾ ਮੋਟਾ ਸੱਚ ਬੋਲ ਲੈਂਦੇ ਆ ਥੋੜਾ ਜਿਹਾ, ਪਰ ਉਹ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਬਾਬਾ ਜੀ ਤੋਂ ਇਹ ਬਚਨ ਸੁਣੇ ਵੀ ਜਥੇਦਾਰ ਬਾਬਾ ਰਣ ਸਿੰਘ ਜੀ ਨੂੰ ਸਾਰੇ ਲਾਲਚ ਦਿੱਤੇ, ਹੋਰ ਵੀ ਬੜੇ ਪਿਆਰ ਦੇ ਨਾਲ ਕਿਹਾ ਮਾਫੀ ਮੰਗ ਲਓ, ਜਿਵੇਂ ਛਪਾਰ ਵਾਲੇ ਮਹਾਂਪੁਰਸ਼ ਕਹਿੰਦੇ ਮਾਫੀ ਮੰਗ ਲਓ। ਚਲੋ ਸਾਰੀਆਂ ਗੱਲਾਂ ਨਹੀਂ ਹੋਈਆਂ। ਉਹ ਫਿਰ ਆਖਰ ਨੂੰ ਕਹਿੰਦੇ ਹੁੰਦੇ ਨੇ ਫਤਵਾ, ਜਿਵੇਂ ਫਤਵਾ ਲਾਉਂਦੇ ਨੇ ਅੰਗਰੇਜ਼ਾਂ ਨੇ ਵੀ ਇਦਾਂ ਹੀ ਲਾਤਾ ਨਾ ਬਈ ਬਾਬਾ ਰਣ ਸਿੰਘ ਜੀ ਨੂੰ ਸ਼ਹੀਦ ਕਿਵੇਂ ਕਰਨਾ ਹੈ। ਇਹਨਾਂ ਨੂੰ ਲਮਕਾ ਕੇ ਇਹਨਾਂ ਦੇ ਪੈਰਾਂ ਦੇ ਵਿੱਚ ਇਹਨਾਂ ਦੇ ਭਾਰ ਤੋਂ ਚੌਗਣਾ ਪੰਜੌਗਣਾ ਜਿੰਨਾ ਵੀ ਭਾਰ ਮਤਲਬ ਕਿ ਵੱਧ ਤੋਂ ਵੱਧ, ਤਾਂ ਕਰਕੇ ਇਹ ਉਸ ਭਾਰ ਦੇ ਨਾਲ ਸ਼ਹੀਦ ਹੋ ਜਾਣ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਹ ਜਨ ਕੌਣ ਸੀ? ਜਥੇਦਾਰ ਬਾਬਾ ਰਣ ਸਿੰਘ ਜੀ ਕੌਣ ਸੀ? ਕੌਣ ਸੀ ਉਹ? ਜਥੇਦਾਰ ਬਾਬਾ ਰਣ ਸਿੰਘ ਜੀ ਆਪ ਪਰਮੇਸ਼ਰ ਦਾ ਰੂਪ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਗੁਰਬਾਣੀ ਦੇ ਆਧਾਰ ਤੇ ਬੋਲਾਂਗਾ, ਕੱਲ ਨੂੰ ਤੂੰ ਸ਼ੰਕਾ ਕਰੋ ਵੀ ਉਹ ਕਿਵੇਂ ਪਰਮੇਸ਼ਰ ਦਾ ਰੂਪ ਸੀ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨਾ ਬਿਸਰੇ ਨਾਮ ਸੇ ਕਨੇਹਿਆ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ, ਕੌਣ ਨੇ ਉਹ? ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹਨਾਂ ਵਿੱਚ ਤੇ ਪਰਮੇਸ਼ਰ 'ਚ ਭੇਦ ਨਾ ਜਾਣਿਓ। ਦਸਮ ਪਾਤਸ਼ਾਹ ਕਹਿੰਦੇ ਨੇ ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹੀ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਕਹਿੰਦੇ ਲਾ ਦਿਓ ਫਤਵਾ, ਕਰ ਲਓ ਜਿਵੇਂ ਕਰਨਾ। ਇਹ ਦੇਹੀ ਨਾਲ ਮੇਰਾ ਪਿਆਰ ਨਹੀਂ, ਮੈਂ ਤਾਂ ਬਸ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਕੋਈ ਬੇਨਤੀ ਕਰਦਾ ਹਾਂ। ਉਹ ਕਿਹੜੀ ਅਰਦਾਸ ਕੀਤੀ ਸੀ ਬਾਬਾ ਜੀ ਨੇ? ਨਿਭ ਜਾਣ ਕਲਗੀਆਂ ਵਾਲਿਆ, ਲੱਗੀਆਂ ਪ੍ਰੀਤਾਂ ਚਰਨਾਂ। ਨਿਭ ਜਾਣ ਕਲਗੀਆਂ ਵਾਲਿਆ, ਲੱਗੀਆਂ ਪ੍ਰੀਤਾਂ ਚਰਨਾਂ ਦੀਆਂ। ਨਿਭ ਜਾਣ ਕਲਗੀਆਂ ਵਾਲਿਆ, ਲੱਗੀਆਂ ਪ੍ਰੀਤਾਂ ਪਾਤਸ਼ਾਹ। ਨਿਭ ਓ ਲੱਗੀਆਂ ਪ੍ਰੀਤਾਂ ਪਾਤਸ਼ਾਹ। ਕਲਗੀਆਂ ਵਾਲਿਆ, ਲੱਗੀਆਂ ਪ੍ਰੀਤਾਂ ਪਾਤਸ਼ਾਹ। ਨਿਭ ਕਲਗੀਆਂ ਵਾਲਿਆ, ਲੱਗੀਆਂ ਪ੍ਰੀਤਾਂ। ਨਿਭ ਜਾਣ ਕਲਗੀਆਂ ਵਾਲਿਆ, ਲੱਗੀਆਂ ਪ੍ਰੀਤਾਂ ਪਾਤਸ਼ਾਹ। ਆ ਜਿਹੜੀਆਂ ਪ੍ਰੀਤਾਂ ਪਾਈਆਂ ਨੇ ਨਾ, ਬਸ ਇਹ ਨਿਭ ਜਾਣੇ, ਸਰੀਰ ਦਾ ਠੀਕਰਾ ਟੁੱਟਦਾ ਟੁੱਟ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਬਾਬਾ ਜੀ ਨੇ ਉਹਨਾਂ ਜ਼ਾਲਮਾਂ ਨੇ, ਉਹਨਾਂ ਲੋਕਾਂ ਨੇ ਬਾਬਾ ਜੀ ਨੂੰ ਐ ਲਮਕਾ ਕਰਕੇ ਸਰੀਰ ਨੂੰ ਉਹਨਾਂ ਦੇ ਪੈਰਾਂ ਦੇ ਵਿੱਚ, ਚਰਨਾਂ ਦੇ ਵਿੱਚ ਬੇਅੰਤ ਭਾਰ ਬੰਨ੍ਹ ਦਿੱਤਾ। ਜਿਹਦੇ ਨਾਲ ਕੀ ਹੋਇਆ ਕਿ ਬਾਬਾ ਜੀ ਦਾ ਜਿਹੜਾ ਖੋਪੜ ਸੀ ਉਹ ਉਤਰ ਗਿਆ, ਤੇ ਸਾਹ ਉਸ ਤੋਂ ਬਾਅਦ ਜਿਹੜਾ ਸਿਮਰਨ ਚੱਲ ਰਿਹਾ ਸੀ, ਜਿਹੜਾ ਅੰਦਰ ਗੁਰੂ ਦਾ ਸ਼ਬਦ ਦਾ ਅਭਿਆਸ ਚੱਲਦਾ ਸੀ, ਇਹ ਨਹੀਂ ਹੈ ਵੀ ਉਦੋਂ ਹੀ ਸ਼ੁਰੂ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਂ ਤਾਂ ਨਹੀਂ ਹੈ ਗੱਲ ਬਣਦੀ ਵੀ ਚੱਲ ਕੋਈ ਨਾ, ਜੇ ਕੋਈ ਔਖਾ ਜਿਹਾ ਸਮਾਂ ਆ ਜਾਊਗਾ ਵਾਹਿਗੁਰੂ 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 ਕਰਨ ਲੱਗ ਜਾਾਂਗੇ। ਐਦਾਂ ਨਹੀਂ ਗੱਲ ਬਣਨੀ। ਉਹ ਤਾਂ ਸਿਮਰਨ ਚੱਲਦਾ ਹੀ, ਸਿਮਰਨ ਚੱਲ ਰਿਹਾ ਸੀ। ਉੱਥੇ ਖੋਪੜ ਵੀ ਲੈ ਗਏ ਤਾਂ ਵੀ ਸਿਮਰਨ ਚੱਲ ਰਿਹਾ। ਮਤੀ ਦਾਸ ਜੀ ਦਾ ਇਸ਼ਾਰਾ ਕੀਤਾ ਸੀ ਮਹਾਂਪੁਰਸ਼ਾਂ ਨੇ। ਮਤੀ ਦਾਸ ਜੀ ਦੇ ਸਿਰ ਤੇ ਆਰਾ ਚੱਲਿਆ। ਮਤੀ ਦਾਸ ਦੇ ਸਿਰ ਤੇ ਆਰਾ ਚੱਲਣ ਲੱਗਿਆ। ਮਤੀ ਦਾਸ ਜੀ ਹੱਸ ਪਏ। ਜਲਾਦ ਕਹਿੰਦਾ ਹੱਸੇ ਕਿਉਂ?
ਕਹਿੰਦਾ ਹੱਸਿਆ ਤਾਂ ਮਤੀ ਦਾਸ ਜੀ ਕਹਿੰਦੇ ਥੋੜਾ ਜਿਹਾ ਖੁੰਡ ਹੈ, ਟਾਈਮ ਦੇ ਸਕਦੇ ਹੋ ਥੋੜਾ ਜਿਹਾ? ਕਹਿੰਦੇ ਕੀ ਕਰਨਾ ਹੈ? ਕਹਿੰਦੇ ਤੁਸੀਂ ਆਰਾ ਤਿੱਖਾ ਕਰ ਲਓ, ਮੈਂ ਥੋੜਾ ਜਿਹਾ ਹੋਰ ਮਨ ਤਿੱਖਾ ਕਰ ਲਾਂ। ਉਹ ਕਹਿੰਦੇ ਆਰਾ ਤਿੱਖਾ ਤਾਂ ਹੋ ਜਾਏਗਾ ਰੰਬੀ ਨਾਲ, ਆ ਪਹਿਲੀ ਵਾਰੀ ਸੁਣਿਆ ਵੀ ਮਨ ਤਿੱਖਾ ਕਾਹਦੇ ਨਾਲ ਕਰੇਗਾ? ਕਹਿੰਦਾ ਜਪਜੀ ਸਾਹਿਬ ਪੜ੍ਹ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਆ ਜਪਜੀ ਸਾਹਿਬ ਚੱਲਦਾ ਅੰਦਰ। ਅੱਜ ਅਸੀਂ ਬਾਬਾ ਜੀ ਮੇਨ, ਮੈਂ ਬਸ ਹੁਣ ਇੱਥੇ ਸਮਾਪਤੀ ਕਰਾਂ। ਅੱਜ ਅਸੀਂ ਆਏ ਹਾਂ, ਅਰਦਾਸ ਕਰੋ ਘੱਟੋ ਘੱਟ ਜਿਹੜੇ ਨਿਤਨੇਮ ਕਰ ਰਹੇ ਹਨ, ਬਹੁਤ ਅੱਛੀ ਗੱਲ ਹੈ। ਜੇ ਨਿਤਨੇਮ ਨਹੀਂ ਹੋ ਰਿਹਾ ਨਾ, ਇੱਕ ਗੁਰੂ ਤੋਂ ਮੰਗ ਲਓ, ਇੱਕ ਵੀ ਸੱਚੇ ਪਾਤਸ਼ਾਹ ਕਲਯੁਗ ਦਾ ਭਿਆਨਕ ਸਮਾਂ ਸਾਡੇ ਤੇ ਜਪਜੀ ਸਾਹਿਬ ਦੀ ਕਿਰਪਾ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਤਨੇ ਵੀ ਆਪਾਂ ਗੁਰੂ ਦੇ ਹਜ਼ੂਰੀ 'ਚ ਬੈਠੇ ਹਾਂ, ਘੱਟੋ ਘੱਟ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਅੱਜ ਉਹ ਮਹਾਨ ਸ਼ਹੀਦ ਤਾਂ ਸਾਡੇ ਤੇ ਖੁਸ਼ੀ, ਗੁਰੂ ਦੀਆਂ ਕਿਰਪਾ ਬਖਸ਼ਿਸ਼ਾਂ ਰਹਿਮਤਾਂ ਹੋਣਗੀਆਂ। ਨਾਮ ਦੇ ਜਪਣ ਵਾਲਿਆਂ ਨੇ ਜਦੋਂ ਸ਼ਹੀਦੀ ਦਿੱਤੀ ਤੇ ਫਿਰ ਉਹਨਾਂ ਦੀ ਯਾਦ 'ਚ ਬੈਠੇ ਤੇ ਉਹਨਾਂ ਦੇ ਮਾਰਗ ਤੇ ਅਸੀਂ ਚੱਲ ਨਹੀਂ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਇੱਕ ਪਰਨ ਕਰਕੇ ਜਾਓ, ਅਰਦਾਸ ਕਰਕੇ ਜਾਓ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ। ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ। ਤੇ ਜਿਹੜੇ ਕੋਈ ਚਲੋ ਜਿਨ੍ਹਾਂ ਤੇ ਕਿਰਪਾ ਜਪਜੀ ਸਾਹਿਬ ਨਹੀਂ ਕਰ ਸਕਦੇ, ਉਹ ਘੱਟੋ ਘੱਟ 10-15 ਮਿੰਟ ਬੈਠ ਕੇ ਵਾਹਿਗੁਰੂ ਸ਼ਬਦ ਦਾ ਅਭਿਆਸ ਤਾਂ ਕਰ ਸਕਦੇ ਆ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹ ਸ਼ਹੀਦੀ ਜਿਹੜੀ ਹੈ ਸਾਡੇ ਦਿਲਾਂ ਦੇ ਵਿੱਚ ਸਦਾ ਹੀ ਵਸਦੀ ਹੈ। ਮਹਾਂਪੁਰਸ਼ਾਂ ਨੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਯਾਦਾਂ ਮਨਾਈਆਂ ਨੇ। ਤੁਸੀਂ ਸਾਰੇ ਆਏ ਹੋ। ਗੱਲ ਇਹੀ ਹੈ, ਇਹ ਜਿੰਨਾ ਵੀ ਸ਼ਬਦ ਬੋਲੇ ਗਏ, ਜਿੰਨਾ ਵੀ ਇੱਥੇ ਆਪਾਂ ਸੁਣੇ ਨੇ ਪ੍ਰਵਚਨ ਮਹਾਂਪੁਰਸ਼ਾਂ ਦੇ, ਕਮਾਈਆਂ ਵਾਲਿਆਂ ਦੇ, ਉਹਨੂੰ ਆਪਾਂ ਪੱਲੇ ਬੰਨਣਾ। ਐਸਾ ਨਾ ਹੋਵੇ, ਕਈ ਵਾਰੀ ਤਾਂ ਮੈਂ ਦੇਖਦਾ ਬਸ ਉਹ ਬਾਹਰ ਨਿਕਲੇ, ਬਾਬਾ ਜੀ ਕਹਿੰਦੇ ਹੁੰਦੇ ਨੇ ਜੇ ਪੱਲੇ 'ਚ ਪਾਇਆ ਹੋਊਗਾ ਕੁਝ, ਬਾਬਾ ਪੰਜਾਬ ਸਿੰਘ ਜੀ ਦੇ ਵਚਨ ਮੈਂ ਸੁਣਦਾ ਹੁੰਦਾ, ਕਹਿੰਦੇ ਜੇ ਪੱਲੇ 'ਚ ਪਾਇਆ ਹੋਊਗਾ ਤਾਂ ਹੀ ਬਾਹਰ ਲੈ ਕੇ ਜਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੱਲੇ 'ਚ ਪਾਉਣਾ ਪਊਗਾ, ਕਿਤੇ ਐਸਾ ਨਾ ਹੋਵੇ। ਇੱਕ ਕੋਈ ਨਾ ਦੁਕਾਨਦਾਰ ਵਪਾਰੀ ਸੀ, ਰੋਜ਼ ਆਉਂਦਾ ਸੀ ਕਥਾ ਸੁਣਨ, ਹਰ ਰੋਜ਼ ਆਉਂਦਾ ਸੀ, ਨਾਂਗਾ ਨਹੀਂ ਸੀ ਪਾਉਂਦਾ। ਕਈ ਤਾਂ ਮੇਰੇ ਵਰਗੇ ਤਾਂ ਜਾਂਦੇ ਨੇ ਵੀ ਸਾਡੇ ਬਿਜ਼ਨਸ ਦਾ ਪਤਾ ਲੱਗ ਜੇ ਵੀ ਕਿਰਾਨੇ ਦੀ ਦੁਕਾਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਰੋਜ਼ ਆਉਂਦਾ, ਕਥਾ ਨਹੀਂ ਛੱਡਦਾ ਸੀ। ਇੱਕ ਦਿਨ ਉਹਨੂੰ ਕੰਮ ਹੋ ਗਿਆ। ਜਦੋਂ ਕੰਮ ਹੋ ਗਿਆ, ਆਪਣੇ ਪੁੱਤ ਨੂੰ ਕਹਿੰਦਾ ਬੱਚਾ ਅੱਜ ਤੂੰ ਜਾਣਾ, ਨਾਂਗਾ ਨਹੀਂ ਪਾਉਣਾ, ਮੈਨੂੰ ਕੰਮ ਹੈ, ਮੈਂ ਕੰਮ ਜਾਣਾ, ਤੂੰ ਕਥਾ ਸੁਣਨ ਜਾਣਾ। ਬੱਚਾ ਚਲਿਆ ਗਿਆ। ਜਦੋਂ ਕਥਾ ਸੁਣਨ ਚਲਿਆ ਗਿਆ, ਹੁਣ ਕਥਾ ਦੇ ਵਿੱਚ ਉੱਥੇ ਐਸੀ ਕਥਾ ਚੱਲ ਪਈ, ਉਹ ਕਥਾਵਾਚਕ ਜਿਹੜੇ ਸੀ ਉਹ ਕਹਿੰਦੇ ਸਾਰੀ ਕਥਾ ਕਰਕੇ ਕਹਿੰਦੇ ਭਾਈ ਗਊ ਗਰੀਬ ਦੀ ਰੱਖਿਆ ਕਰਨੀ ਹੈ, ਗਊ ਗਰੀਬ ਨੂੰ ਮਾਰਨਾ ਨਹੀਂ ਹੈ। ਉਹ ਬੱਚਿਆਂ ਦੇ ਮਨ ਕਲੀਨ ਹੁੰਦੇ ਆ। ਉਹ ਬੱਚੇ ਦੇ ਅਸਰ ਕਰ ਗਈ ਕਥਾ। ਉਹ ਆ ਕੇ ਦੁਕਾਨ ਤੇ ਬਹਿ ਗਿਆ। ਦੂਸਰੇ ਦਿਨ ਪਿਤਾ ਕਹਿੰਦਾ ਬੇਟਾ ਦੁਕਾਨ ਤੇ ਤੂੰ ਬੈਠ, ਅੱਜ ਮੈਂ ਜਾਣਾ ਕਥਾ ਸੁਣ। ਉਹ ਕਹਿੰਦਾ ਠੀਕ ਹੈ ਪਿਤਾ ਜੀ। ਦੁਕਾਨ ਤੇ ਬੈਠ ਗਿਆ। ਇਤਨੇ ਨੂੰ ਗਊ ਆ ਗਈ। ਉਹ ਗਊ ਆ ਗਈ ਮੂਹਰੇ, ਉਹਦੀ ਖਲ ਬੜੇਵੇਂ ਦੀ ਦੁਕਾਨ ਸੀ। ਗਊ ਨੇ ਆ ਕੇ ਖਲ ਖਾਣੀ ਸ਼ੁਰੂ ਕਰਤੀ। ਬੱਚੇ ਨੇ ਰਾਤ ਸੁਣਿਆ ਸੀ ਵੀ ਗਊ ਗਰੀਬ ਨੂੰ ਮਾਰਨਾ ਨਹੀਂ, ਕਹਿੰਦਾ ਕੋਈ ਨਾ ਖਾ ਲਾ, ਰਾਤ ਦੀ ਕਥਾ ਸੁਣ ਕੇ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਈ ਚੱਲ, ਬੱਚਾ ਦੇਖੀ ਜਾਂਦਾ, ਗਊ ਖਾਈ ਜਾਂਦੀ ਹੈ। ਬੋਰੀ ਅੱਧੀ ਕਰਤੀ, ਇਹਨੇ ਨੂੰ ਪਿਓ ਆ ਗਿਆ। ਪਿਤਾ ਨੇ ਆਉਂਦੇ ਹੀ ਡਾਂਗ ਚੱਕ ਲਈ। ਡਾਂਗ ਚੱਕ ਕੇ ਪਹਿਲਾਂ ਗਊ ਦੇ ਮਾਰੀ, ਫਿਰ ਪੁੱਤ ਨੂੰ ਪੈ ਨਿਕਲਿਆ। ਕਹਿੰਦਾ ਤੈਨੂੰ ਅੰਨਾ ਹੋਇਆ, ਤੂੰ ਦੇਖਦਾ ਨਹੀਂ ਆ ਗਊ ਸਾਰੀ ਖਾ ਗਈ। ਕਹਿੰਦਾ ਪਿਤਾ ਜੀ ਤੁਸੀਂ ਕਥਾ ਨਹੀਂ ਸੁਣਦੇ, ਤੁਸੀਂ ਕਥਾ ਨਹੀਂ ਸੁਣਦੇ? ਕਹਿੰਦੇ ਸੁਣਦਾ। ਕਹਿੰਦੇ ਤੂੰ ਕੀ ਸੁਣ ਕੇ ਆਇਆ? ਕਹਿੰਦੇ ਰਾਤ ਪੰਡਤ ਜੀ ਨੇ ਕਿਹਾ ਸੀ ਵੀ ਗਊ ਗਰੀਬੀ ਦੀ ਰੱਖਿਆ ਕਰਨੀ, ਮਾਰਨਾ ਨਹੀਂ ਹੈ, ਕੋਈ ਗੱਲ ਨਹੀਂ। ਉਹ ਕਹਿੰਦਾ ਇਹੋ ਜਿਹੀ ਕਥਾ ਗੁਰਦੁਆਰੇ ਛੱਡ ਆਈ ਦੀ ਹੁੰਦੀ ਆ। ਆਖੋ ਸਤਨਾਮ ਸ੍ਰੀ। ਇੱਦਾਂ ਨਾ ਹੋਵੇ ਵੀ ਇੱਥੇ ਹੀ ਛੱਡ ਜਾ ਕਰੋ। ਇਹ ਜਿੰਨਾ ਵੀ ਸਵੇਰ ਤੋਂ ਲੈ ਕੇ ਮਹਾਂਪੁਰਸ਼ਾਂ ਨੇ ਕੋਈ ਨਾ ਕੋਈ ਵਚਨ ਦੱਸੇ ਨੇ ਨਾ, ਉਹਨੂੰ ਹਿਰਦੇ 'ਚ ਵਸਾਉਣਾ ਆਪਾਂ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹਾਂਪੁਰਸ਼ਾਂ ਦਾ। ਇਹ ਮੈਂ ਤਾਂ ਜਿਹੜਾ ਮਾੜਾ ਮੋਟਾ ਟੂਟਾਂ ਜੀ ਸਿੱਖਿਆ, ਬਾਬਾ ਜੀ ਦੀ ਸਿੱਖਿਆ। ਜਦੋਂ ਮਹਾਂਪੁਰਸ਼ਾਂ ਮੈਂ ਦੀਵਾਨ ਲਵਾਉਂਦੇ ਅਹਿਮਦਗੜ੍ਹ, ਬਾਬਾ ਜੀ ਦੇ ਕੋਲੇ ਬਹਿ ਜਾਣਾ ਜਾ ਕੇ। ਬੜਾ ਪਿਆਰ ਕਰਦੇ, ਬੜਾ ਪਿਆਰ ਕਰਦੇ। ਬਾਬਾ ਜੀ ਨੇ ਕਹਿਣਾ ਤੁਸੀਂ ਵੀ ਕਰ ਲਿਆ ਕਰੋ ਮਾੜੀ ਜੀ ਟੂਟਾਂ। ਬਸ ਉਹ ਟੂਟਾਂ ਕਰਦੇ ਦੇਖੋ। ਅਜੇ ਮਹਾਂਪੁਰਸ਼ਾਂ ਦੀਆਂ ਬਖਸ਼ਿਸ਼ਾਂ ਨੇ, ਰਹਿਮਤਾਂ ਨੇ। ਇਹਨਾਂ ਦਾ ਜਿਹੜਾ ਪਿਆਰ ਹੈ ਉਹ ਸਦਾ ਹਿਰਦੇ ਦੇ ਵਿੱਚ ਹੈ। ਦਾਸ ਦੇ ਇੰਨਾ ਮਾਣ, ਇੰਨਾ ਸਤਿਕਾਰ। ਮੈਂ ਤਾਂ ਇਹਨਾਂ ਦੇ ਬੱਚਿਆਂ ਵਰਗਾ, ਮੈਂ ਕਦੇ ਮਾਣ ਨਹੀਂ ਕੀਤਾ ਹੈ। ਜੋ ਰਿਐਲਿਟੀ ਹੈ ਉਸ ਨੂੰ, ਰਿਐਲਿਟੀ ਨੂੰ ਮੰਨ ਲੈਣਾ ਚਾਹੀਦਾ। ਸੋ ਬਾਬਾ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਦਾਸ ਨੂੰ ਹੁਕਮ ਕੀਤਾ ਸੀ
ਸੰਗਤਾਂ ਦੇ ਦਰਸ਼ਨ ਕਰਨ ਦਾ, ਸਾਰੇ ਮਹਾਂਪੁਰਸ਼ਾਂ ਦਾ, ਬਾਬਾ ਰਣਜੋਤ ਸਿੰਘ ਜੀ ਛਪਾਰ ਵਾਲੇ ਮਹਾਂਪੁਰਸ਼ਾਂ ਦਾ, ਇੱਧਰ ਬਾਬਾ ਜਰਨੈਲ ਸਿੰਘ ਜੀ, ਜਿੰਨੇ ਵੀ ਹੋਰ ਮਹਾਂਪੁਰਸ਼ ਸਾਰੇ ਆਏ ਨੇ ਇਸ ਸਥਾਨ ਵੱਲੋਂ, ਸਾਰੇ ਮਹਾਂਪੁਰਸ਼ਾਂ ਦਾ ਕੋਟਾਨੁਕੋਟ ਧੰਨਵਾਦ। ਅਰਦਾਸ ਕਰੋ ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਆਓ ਜਥੇਦਾਰ ਬਾਬਾ ਰਣ ਸਿੰਘ ਜੀ ਦੀ ਯਾਦ ਦੇ ਵਿੱਚ ਪੜੋ ਧਾਰਨਾ ਤੇ ਕਰੀਏ ਸਮਾਪਤੀ। ਸਦਾ ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਸਦਾ ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਸਦਾ ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਸਦਾ ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਸਦਾ ਲੱਗਦੇ ਰਹਿਣਗੇ ਮੇਲੇ, ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਸਦਾ ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ, ਉਹ ਸਦਾ ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ, ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਸਦਾ ਲੱਗਦੇ ਰਹਿਣਗੇ ਮੇਲੇ, ਯਾਦ ਸ਼ਹੀਦਾਂ ਦੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਤੋਂ ਜਿੰਦੜੀ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਤੋਂ ਜਿੰਦੜੀ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਤੋਂ ਜਿੰਦੜੀ ਵਾਰੀ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਨੇ ਕੌਮ ਤੋਂ ਜਿੰਦੜੀ ਵਾਰੀ, ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਕੌਮ ਤੋਂ ਜਿੰਦੜੀ ਵਾਰੀ, ਕੌਮ ਤੋਂ ਜਿੰਦੜੀ ਵਾਰੀ ਜਿਨ੍ਹਾਂ ਨੇ, ਧਰਮ ਤੋਂ ਜਿੰਦੜੀ ਵਾਰੀ ਜਿਨ੍ਹਾਂ ਨੇ, ਕੌਮ ਤੋਂ ਜਿੰਦੜੀ ਵਾਰੀ ਜਿਨ੍ਹਾਂ ਨੇ, ਧਰਮ ਤੋਂ ਜਿੰਦੜੀ ਵਾਰੀ, ਕੌਮ ਤੋਂ ਜਿੰਦੜੀ ਵਾਰੀ ਜਿਨ੍ਹਾਂ ਨੇ, ਧਰਮ ਤੋਂ ਜਿੰਦੜੀ ਵਾਰੀ ਜਿਨ੍ਹਾਂ ਨੇ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਤੋਂ ਜਿੰਦੜੀ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਤੋਂ ਜਿੰਦੜੀ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਤੋਂ ਜਿੰਦੜੀ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਤੋਂ ਜਿੰਦੜੀ ਵਾਰੀ, ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਤੋਂ ਜਿੰਦੜੀ ਵਾਰੀ, ਪ੍ਰਣਾਮ ਸ਼ਹੀਦਾਂ ਨੂੰ, जिन्हों कौम तो जिंदड़ी वारी। शहीदों की चिताओं पे लगेंगे हर बरस मेले, शहीदों की चिताओं पे लगेंगे हर बरस मेले, वतन पर मिटने वालों का यही नामो निशान होगा। सदा सदा रहिंदी दुनिया तक उन्हां महान शहीदां दीयां यादां मनाईयां जाणगियां, उन्हां दीयां मनाईयां जांदियां ने जिन्हां ने नाम जपिया। आखो सतनाम श्री वाहिगुरू। आओ मैं बाबा जी नूं बेनती करांगा कि आनंद साहिब जी दा पाठ समाप्ति हो करनगे। बुलाओ फतेह। वाहिगुरू जी का खालसा, वाहिगुरू जी। हुण की कहा मैं? सारे पढ़ो आनंद साहिब जी का पाठ। राम कली महला तीजा। आनंद एक ओंकार सतगुर प्रसाद। सारे जपियो सारे। आनंद साहिब जी का पाठ तो सब नूं आउंदा ना,
ਸਾਰੀ ਗੱਲ ਆਨੰਦ ਸਾਹਿਬ ਦੇ ਵਿੱਚ ਹੀ ਹੈ। ਆਖੋ ਸਤਨਾਮ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇੱਕ ਵਾਰੀ ਫੇਰ ਪੜ ਲਓ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹਾਂ ਇਹ ਤਾਂ ਪੜਾਇਆ। ਸਾਖੀ ਤੁਸੀਂ ਜੋ ਸੁਣੀ ਹੋਣੀ ਹੈ ਕਿ ਕਲਗੀਧਰ ਪਾਤਸ਼ਾਹ ਕੋਲੇ ਸਿੱਖ ਆ ਗਿਆ, ਕਹਿੰਦਾ ਮੈਨੂੰ ਪਾਠ ਦੀ ਸੰਥਿਆ ਕਰਾ ਦਿਓ। ਸੰਥਿਆ ਸ਼ੁਰੂ ਹੋ ਗਈ। ਜਦੋਂ ਸੰਥਿਆ ਸ਼ੁਰੂ ਹੋਈ, ਜਪਜੀ ਸਾਹਿਬ ਹੋ ਗਿਆ, ਜਾਪ ਸਾਹਿਬ ਹੋ ਗਿਆ, ਆਨੰਦ ਸਾਹਿਬ ਤੇ ਆ ਗਏ। 1 ਮਿੰਟ 'ਚ ਗੱਲ ਮੁਕਾਵਾਂ। ਜਦੋਂ ਆਨੰਦ ਸਾਹਿਬ ਤੇ ਗੱਲ ਹੈ, ਸੰਥਿਆ ਦੇਣ ਵਾਲੇ ਗੁਰਸਿੱਖ ਨੇ ਕਿਹਾ ਪੜ੍ਹ ਵੀ ਆਨੰਦ ਸਾਹਿਬ ਕਰੋ ਸ਼ੁਰੂ। ਸੰਥਿਆ ਦੇਣ ਵਾਲਾ ਕਹਿੰਦਾ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿਹੜਾ ਸੰਥਿਆ ਲੈਣ ਵਾਲਾ ਸੀ, ਅੱਜ ਕੱਲ੍ਹ ਤਾਂ ਗਿਆਨਾ ਸਿੰਘ ਨੇ ਸੰਥਿਆ ਲੈਣ ਦੀ ਲੋੜ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਉਹ ਜਿਹੜਾ ਸੰਥਿਆ ਲੈਣ ਵਾਲਾ ਸੀ ਉਹ ਕਹਿੰਦਾ ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੇ ਸੰਥਿਆ ਦੇਣ ਵਾਲਾ ਅਗਲੀ ਪੰਕਤੀ ਪੜ੍ਹਨ ਲੱਗਿਆ। ਜਦ ਨੂੰ ਸੰਥਿਆ ਲੈਣ ਵਾਲਾ ਮੱਥਾ ਟੇਕ ਕੇ ਤੁਰ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਮਾਲ ਹੋ ਗਈ। ਉਹ ਕਹਿੰਦਾ ਬੰਦਾ ਕਿੱਧਰ ਨੂੰ ਚਲਿਆ ਗਿਆ, ਮੱਥਾ ਟੇਕ ਕੇ ਤੁਰ ਗਿਆ। ਬੜੀਆਂ ਆਵਾਜ਼ਾਂ ਮਾਰੀਆਂ ਉੱਪਰ, ਬਈ ਪਿਆਰਿਆ ਅਜੇ ਤਾਂ ਗਾਹਾਂ ਅੱਗੇ ਪੜ੍ਹਨਾ। ਉਹ ਕਹਿੰਦਾ ਬਸ ਲੋੜ ਨਹੀਂ, ਐਂ ਪੜ੍ਹਦਾ ਜਾਂਦਾ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। 10 ਉਹ ਜਾ ਕੇ ਸ਼ਿਕਾਇਤ ਕਰਤੀ ਬਾਜਾਂ ਵਾਲੇ ਪ੍ਰੀਤਮ ਕੋਲੇ। ਉਹ ਕਹਿੰਦਾ ਜੀ ਸਿੱਖ ਤਾਂ ਆਨੰਦ ਸਾਹਿਬ ਹੀ ਛੱਡ ਕੇ ਭੱਜ ਗਿਆ। ਮਹਾਰਾਜ ਕਹਿੰਦੇ ਲਿਆਓ ਸਿੱਖ ਨੂੰ। ਹੱਥ ਜੋੜੀ ਆਉਂਦਾ, ਐਂ ਪੜ੍ਹਦਾ ਆਉਂਦਾ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਹਾਰਾਜ ਕਹਿੰਦੇ ਕੀ ਗੱਲ ਬਈ? ਨਮਸਕਾਰ ਕੀਤੀ ਆ ਕੇ ਬੜੇ ਪਿਆਰ ਸਤਿਕਾਰ ਦੇ ਨਾਲ। ਮਹਾਰਾਜ ਕਹਿੰਦੇ ਕੀ ਗੱਲ ਬਈ, ਸੰਥਿਆ ਨਹੀਂ ਪੂਰਨ ਸੰਪੂਰਨ ਕੀਤੀ ਆ। ਸਿੱਖ ਕਹਿੰਦਾ ਤੂੰ ਆਨੰਦ ਸਾਹਿਬ ਛੱਡ ਕੇ ਭਾਜੀ। ਕਹਿੰਦਾ ਮਹਾਰਾਜ ਕਿਤੇ ਹੋ ਸਕਦੀ ਇਹ ਗੱਲ? ਅੱਗੇ ਤਾਂ ਲੋੜ ਹੀ ਨਹੀਂ ਮਹਾਰਾਜ ਪਈ ਮੈਨੂੰ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਆਨੰਦ ਵੀ ਮਿਲ ਗਿਆ ਤੇ ਸਤਿਗੁਰ ਵੀ ਮਿਲ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਚੀਜ਼ਾਂ ਨੂੰ ਲੱਭਦੀ ਫਿਰਦੀ ਦੁਨੀਆ। ਨਾ ਤਾਂ ਕਿਸੇ ਕੋਲੇ ਆਨੰਦ ਛੇਤੀ ਛੇਤੀ ਆਉਂਦਾ, ਨਾ ਸਤਿਗੁਰੂ ਮਿਲਦਾ। ਆਖੋ ਸਤਨਾਮ। ਆਨੰਦ ਭਿਆ ਮੇਰੀ ਮਾਏ, ਪੀਸ ਆਫ ਮਾਈਂਡ ਬੜੀ ਔਖੀ ਹੈ। ਗੁਰੂ ਕਿਰਪਾ ਕਰ ਦੇਵੇ ਕਿਤੇ। ਸਾਰਿਆਂ ਨੇ ਪੜ੍ਹਨਾ, ਸਾਰੇ ਪੜ੍ਹ ਲਿਓ, ਕੋਈ ਰਸਨਾ ਵਾਂਝੀ ਨਾ ਰਹਿ ਜੇ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਹਿਜ ਸੇਤੀ ਮਨ ਭਜਿਆ ਬਗਾਇਆ। ਦਰਬਾਰ ਭਰੀਆਂ ਸ਼ਬਦ ਗਾਵਣ ਆਇਆ। ਸ਼ਬਦੋ ਤਾਂ ਗਾਵੋ ਹਰੀ, ਮਨ ਜਨੀ ਵਸਾਇਆ। ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਸਭਨਾ ਗੱਲਾਂ ਸੁਆਮੀ ਸੋ ਮਨ ਹੋ ਬਸਾਏ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਨ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰਤਾ ਤੇਰੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਕਹਿ ਨਾਨਕ ਸੱਚੇ ਸਾਹਿਬ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਸਦਾ ਕੁਰਬਾਨ ਕੀਤਾ। ਕਹਿ ਨਾਨਕ ਸੁਨਹੁ ਸੰਤੋ ਸ਼ਬਦ ਤਰੋ, ਪੰਜ ਸ਼ਬਦ ਤਿਤਕਾਰ ਸੁਭਾਗੇ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤਹ ਸੁਖ ਹੋਆ, ਆਨੰਦ ਸੁਨੋ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਰੋਗ ਸੰਤਾਪ
ਦਿਨ ਪਏ ਸਰਸੇ ਸੁਣਤੇ ਪੜਿਤ ਕਹਤੇ ਸਤਿਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਆਗੇ ਅਨਹਦ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਬਿਨਵੰਤ ਨਾਨਕ ਗੁਰ ਵਾਜੇ ਅਨਹਦ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਰ ਜਿਨੀ ਨਾਮ ਧਿਆਇਆ ਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ। ਆਓ ਸਾਰੀ ਸੰਗਤ ਅਰਦਾਸ ਵਿੱਚ ਜੁੜੋ ਜੀ। ਤੂੰ ਠਾਕ